ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਚਪਨ ਹਰ ਬਾਲਕ ਦਾ ਸ਼ਾਹੀ ਜੀਵਨ ਹੁੰਦਾ ਹੈ, ਪਰ ਕਈਆਂ ਮਹਾਂਪੁਰਖਾਂ ਦਾ ਬਚਪਨ ਜੀਵਨ ਤਾਂ ਬਹੁਤ ਹੀ ਵਿਸਮਾਦ ਕਰਨ ਵਾਲਾ ਹੁੰਦਾ ਹੈ। ਇਸੇ ਪ੍ਰਕਾਰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਬਚਪਨ ਬਹੁਤ ਵਿਸਮਾਦ ਕਰਨ ਵਾਲਾ ਸੀ। ਜਿਉਂ-ਜਿਉਂ ਸਮਾਂ ਅੱਗੇ ਤੁਰਿਆ, ਤਿਉਂ-ਤਿਉਂ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਵੱਡੇ ਹੁੰਦੇ ਗਏ। ਪਹਿਲਾਂ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਦਾਸੀਆਂ ਦੀਆਂ ਗੋਦਾਂ ਵਿੱਚ ਤੇ ਉਹਨਾਂ ਦੇ ਪ੍ਰੀਤ ਥਰ-ਥਰਾਂ ਦੇ ਹੱਥਾਂ ਉੱਪਰ ਖੇਡੇ। ਫਿਰ ਸਾਫ਼ ਸੁਥਰੇ ਗਲੀਚਿਆਂ ਵਾਲੇ ਫਰਸ਼ਾਂ ਉੱਪਰ ਰਿੜਨ ਲੱਗੇ। ਰਿੜਦੇ ਰਿੜਦੇ ਹੀ ਉੱਠ ਕੇ ਖਲੋਣ ਲੱਗੇ। 1 ਸਾਲ ਦੇ ਹੋ ਗਏ। ਮਾਤਾ ਜੀ ਨੇ ਖੁਸ਼ੀਆਂ ਕੀਤੀਆਂ ਤੇ ਪੁੰਨਦਾਨ ਕੀਤੇ। ਗੁਰੂ ਜੀ ਤੋਤਲੀ ਜੀਭਾਂ ਨਾਲ ਮਿੱਠੇ ਬਚਨ ਕਰਨ ਲੱਗੇ। ਜਿਹੜਾ ਮੱਥੇ ਲੱਗਦਾ ਅਤੇ ਜੋ ਦਰਸ਼ਨ ਪਾਉਂਦਾ ਤੇ ਬਚਨ ਸੁਣਦਾ, ਉਹ ਹੀ ਨਿਹਾਲ ਹੋ ਜਾਂਦਾ। ਉਸ ਪਾਪੀ ਜੋੜੇ ਦੇ ਸਾਰੇ ਪਾਪ ਇਉਂ ਕੱਟੇ ਜਾਂਦੇ ਜਿਵੇਂ ਤੇਜ਼ ਚਾਕੂ ਨਾਲ ਖਰਬੂਜਾ ਕੱਟਿਆ ਜਾਂਦਾ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਜਗਿਆਸੂ, ਸ਼ਰਧਾਲੂ ਸਿੱਖ ਅਤੇ ਮਾਈਆਂ ਬੀਬੀਆਂ ਧਰਮਸ਼ਾਲਾ ਦੇ ਬੂਹੇ ਅੱਗੇ ਆ ਖਲੋਂਦੀਆਂ ਕਿ ਸਾਹਿਬਾਂ ਦੇ ਕਿਵੇਂ ਨਾ ਕਿਵੇਂ ਦਰਸ਼ਨ ਹੋ ਜਾਣ। ਜੇ ਰੋਗੀ ਨੇ ਦੀਦਾਰ ਪਾਇਆ ਤਾਂ ਉਹ ਅਰੋਗ ਹੋ ਗਿਆ, ਜੇ ਜੋਗੀ ਨੇ ਦਰਸ਼ਨ ਕੀਤਾ ਤਾਂ ਉਹ ਮੁਕਤ ਹੋ ਗਿਆ, ਤੇ ਜੇ ਭੋਗੀ ਨੇ ਦਾਤੇ ਨੂੰ ਦੇਖਿਆ ਤਾਂ ਉਹ ਭਗਤ ਹੋ ਗਿਆ। ਮਮਤਾ ਕੁੱਠੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਕੁੱਛੜ ਚੁੱਕੀ ਇਸ ਤਰ੍ਹਾਂ ਨੱਠੀਆਂ ਆਉਂਦੀਆਂ ਜਿਵੇਂ ਗਊ ਹਰੇ ਪੱਠਿਆਂ ਤੇ ਵੱਛੇ ਵੱਲ ਜਾਂਦੀ ਹੈ। ਉਹ ਆਪਣੇ ਪੁੱਤਰਾਂ ਸਮੇਤ ਬਾਲ ਗੁਰੂ ਜੀ ਦੇ ਦਰਸ਼ਨ ਦੀਦਾਰ ਕਰਦੀਆਂ ਸਨ। ਸਤਵਾਦੀ ਸਤਿਗੁਰੂ ਜੀ ਦੇ ਮੁਖੋਂ ਜੋ ਬਚਨ ਨਿਕਲਦਾ ਉਹ ਸਤ ਹੁੰਦਾ। ਜੇ ਕਿਸੇ ਨੂੰ ਆਖਦੇ ਤੂੰ ਧਣੀ ਹੈ ਤਾਂ ਉਹ ਦੌਲਤਮੰਦ ਹੋ ਜਾਂਦਾ। ਕਿਸੇ ਨੂੰ ਆਖਦੇ ਕਿ ਤੂੰ ਭਗਤ ਹੈ ਤਾਂ ਉਹ ਸੱਚਮੁੱਚ ਭਗਤੀ ਕਰਨ ਲੱਗ ਪੈਂਦਾ। ਜੋਤਸ਼ੀਆਂ ਤੇ ਵੈਦਾਂ ਦੇ ਘਰਾਂ ਦੀ ਤਰ੍ਹਾਂ ਮਾਤਾ ਗੁਜਰੀ ਜੀ ਦੇ ਘਰ ਅੱਗੇ ਵੀ ਸਵੇਰ ਤੋਂ ਸ਼ਾਮ ਤੱਕ ਭੀੜ ਲੱਗੀ ਰਹਿੰਦੀ ਸੀ। ਸੁਗੰਧੀ ਵਾਂਗ ਇਹ ਖਬਰ ਸਾਰੇ ਪਟਨੇ ਸ਼ਹਿਰ ਵਿੱਚ ਖਿਲਰ ਗਈ ਕਿ ਪਟਨੇ ਦੇ ਸਾਲਸਰਾਏ ਦੀ ਧਰਮਸ਼ਾਲਾ ਵਿੱਚ ਮਦਰ ਦੇਸ ਪੰਜਾਬ ਤੋਂ ਆਏ ਸਤਿਗੁਰੂ ਤੇਗ ਬਹਾਦਰ ਜੀ ਦੇ ਘਰ ਐਸੇ ਬਾਲਕ ਨੇ ਜਨਮ ਲਿਆ ਹੈ ਜੋ ਬਚਪਨ ਤੋਂ ਹੀ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ। ਇਹ ਕਨਸੋਂ ਇੱਕ ਐਸੀ ਮਾਤਾ ਨੇ ਸੁਣੀ ਜਿਸ ਦਾ ਪੁੱਤਰ ਚੰਦਰੇ ਤਾਪ ਨਾਲ ਰੋਗੀ ਸੀ। 10 ਸਾਲ ਦੇ ਬੱਚੇ ਦਾ ਲਹੂ ਤਾਪ ਨੇ ਇਸ ਤਰ੍ਹਾਂ ਪੀ ਲਿਆ ਸੀ ਜਿਵੇਂ ਜੇਠ ਦੇ ਦਿਨਾਂ ਦਾ ਰਾਹੀ ਠੰਡੇ ਜਲ ਦੀ ਸਾਰੀ ਮਸ਼ਕ ਪੀ ਜਾਂਦਾ ਹੈ। ਲਹੂ ਪੀ ਕੇ ਬੱਚੇ ਨੂੰ ਹੱਡੀਆਂ ਦੀ ਮੁੱਠੀ ਕਰਕੇ ਵੀ ਤਾਪ ਉਸ ਦਾ ਪਿੱਛਾ ਨਹੀਂ ਸੀ ਛੱਡਦਾ। ਨੈਣਾਂ ਵਿੱਚ ਅਥਰੂ ਤੇ ਦਿਲ ਵਿੱਚ ਸ਼ਰਧਾ ਰੱਖ ਕੇ ਉਹ ਮਾਤਾ ਆਪਣੇ ਬੱਚੇ ਨੂੰ ਲਿਆਈ। ਉਸਨੇ ਪੁੱਤਰ ਦਾ ਮੰਜਾ ਧਰਮਸ਼ਾਲਾ ਦੇ ਬਾਹਰ ਰੱਖ ਦਿੱਤਾ। ਉਹ ਉਡੀਕ ਕਰਨ ਲੱਗੀ ਕਿ ਕਦੋਂ ਧਰਮਸ਼ਾਲਾ ਦਾ ਬੂਹਾ ਖੁੱਲ੍ਹਦਾ ਹੈ ਤੇ ਕਦੋਂ ਮਾਲਕ ਰੂਪ ਸ਼੍ਰੀ ਗੁਰੂ ਗੋਬਿੰਦ ਰਾਏ ਜੀ ਬਾਹਰ ਆਉਂਦੇ ਹਨ। ਜਿਉਂ ਹੀ ਬਾਹਰ ਆਉਣਗੇ ਤਿਉਂ ਹੀ ਉਹ ਬੇਨਤੀ ਕਰੇਗੀ, ਪੁੱਤਰ ਵਾਸਤੇ ਜੀਵਨ ਦਾਨ ਮੰਗੇਗੀ। ਸੂਰਜ ਚੜ੍ਹਨ ਦੇ ਨਾਲ ਹੀ ਧਰਮਸ਼ਾਲਾ ਦਾ ਦਰਵਾਜ਼ਾ ਖੁੱਲ੍ਹਿਆ। ਦਰਵਾਜ਼ੇ ਦੇ ਖੁੱਲ੍ਹਣ ਪਿੱਛੋਂ ਦਾਸੀ ਦੀ ਉਂਗਲੀ ਲੱਗ ਕੇ ਮਿਹਰਾਂ ਦੇ ਦਾਤੇ ਬਾਹਰ ਆਏ। ਉਹਨਾਂ ਨੇ ਗੰਗਾ ਕਿਨਾਰੇ ਫਿਰਨ ਵਾਸਤੇ ਜਾਣਾ ਸੀ। ਸਾਹਿਬਾਂ ਨੂੰ ਦੇਖ ਕੇ ਬਿਮਾਰ ਬੱਚੇ ਦੀ ਮਾਤਾ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਹੇ ਦਾਤਾ, ਮਿਹਰ ਕਰੋ, ਕਿਰਪਾ ਦ੍ਰਿਸ਼ਟੀ ਨਾਲ ਮੇਰੇ ਬੱਚੇ ਨੂੰ ਅਰੋਗਤਾ ਬਖਸ਼ੋ। ਦੇਖੋ ਕਿਵੇਂ ਮੌਤ ਨਾਲ ਘੁਲ ਰਿਹਾ ਹੈ, ਨਿਰਾ ਹੱਡੀਆਂ ਦੀ ਮੁੱਠ ਰਹਿ ਗਿਆ ਹੈ। ਕਿਰਪਾ ਕਰੋ। ਇੱਕ ਤੁਸਾਂ ਦਾ ਆਸਰਾ ਹੈ, ਹੋਰ ਸਾਰੇ ਆਸਰੇ ਟੁੱਟ ਗਏ ਹਨ। ਦਇਆ ਕਰੋ। ਮੂੰਹ ਵਿੱਚ ਘਾਹ ਲੈ ਕੇ ਬੇਨਤੀਆਂ ਕਰ ਰਹੀ ਹਾਂ। ਆਪ ਸਰਬ ਕਲਾ ਸੰਪੂਰਨ ਦਾਤਾ ਹੋ ਤੇ ਦਇਆ ਦੇ ਸਾਗਰ ਹੋ। ਸੱਚੇ ਪਾਤਸ਼ਾਹ ਰੁਕ ਗਏ। ਇੱਕ ਮਾਤਾ ਦੇ ਅਥਰੂ ਨਾ ਦੇਖ ਸਕੇ। ਉਹਦੇ ਹਿਰਦੇ ਦੀ ਪੁਕਾਰ ਨੂੰ ਸੁਣਿਆ ਤੇ ਮੰਜੀ ਦੇ ਲਾਗੇ ਹੋ ਕੇ ਬਚਨ ਕੀਤਾ, ਹੇ ਮਾਤਾ, ਧੀਰਜ ਕਰ,
ਤੇਰਾ ਪੁੱਤਰ ਰਾਜੀ ਹੈ, ਇਸ ਦੀ ਉਮਰ ਵੱਡੀ ਹੈ। ਇਹ ਬਚਨ ਕਰਕੇ ਸਾਹਿਬ ਮੁਸਕਰਾਉਂਦੇ ਹੋਏ ਅੱਗੇ ਨਿਕਲ ਗਏ। ਸਤਿਗੁਰੂ ਜੀ ਦਾ ਬਚਨ ਸੁਣ ਕੇ ਮਾਤਾ ਨੂੰ ਹੌਸਲਾ ਹੋਇਆ। ਉਸਨੇ ਬੱਚੇ ਦੀ ਮੰਜੀ ਚੁਕਵਾਈ ਤੇ ਘਰ ਲਿਆਈ। ਪੂਰੇ 15 ਦਿਨਾਂ ਪਿੱਛੋਂ ਬੱਚਾ ਤੁਰਨ ਫਿਰਨ ਲੱਗ ਪਿਆ। ਹੌਲੀ ਹੌਲੀ 9 ਬਰ 9 ਹੋ ਗਿਆ। ਖੁਸ਼ੀਆਂ ਕੀਤੀਆਂ। ਬਹੁਤ ਸਾਰਾ ਧਨ ਪਦਾਰਥ ਲੈ ਕੇ ਮਾਤਾ ਗੁਜਰੀ ਜੀ ਦੇ ਪਾਸ ਆਈ। ਮਾਤਾ ਜੀ ਨੂੰ ਅਤੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੂੰ ਮੱਥਾ ਟੇਕਿਆ। ਬੱਚੇ ਨੂੰ ਮੱਥਾ ਟਿਕਾਇਆ ਤੇ ਨਿਹਾਲ ਨਿਹਾਲ ਹੋ ਗਈ। ਉਸ ਦਾ ਪੁੱਤਰ ਬਹੁਤ ਵੱਡੀ ਉਮਰ ਵਾਲਾ ਹੋਇਆ ਹੈ। ਇਸ ਤਰ੍ਹਾਂ ਦਾਤੇ ਨੇ ਹਜ਼ਾਰਾਂ ਨੂੰ ਧਾਰਿਆ। ਸਮਾਂ ਬੀਤਦਾ ਗਿਆ। ਸਤਿਗੁਰੂ ਗੋਬਿੰਦ ਰਾਏ ਜੀ ਸੁੰਦਰ ਬਸਤਰ, ਗਹਿਣੇ ਅਤੇ ਨਿੱਕੇ ਨਿੱਕੇ ਪੈਰੀਂ ਮੋਜ਼ੇ ਪਹਿਨ ਕੇ ਠੁਮਕ ਠਮਕ ਕਰਦੇ ਹੋਏ ਬੱਚਿਆਂ ਨਾਲ ਖੇਡਣ ਜਾਣ ਲੱਗੇ। ਮਨ ਮੋਹਣੇ ਮਨ ਹਰ ਪਾਸੇ ਸਤਕਾਰੇ ਜਾਣ ਲੱਗੇ। ਹਾਣੀ ਬਾਲ ਉਹਨਾਂ ਨੂੰ ਆਪਣਾ ਸਰਦਾਰ ਸਮਝਦੇ ਸਨ। ਖੇਡਾਂ ਦਾ ਢੰਗ ਬਚਪਨ ਤੋਂ ਹੀ ਨਿਰਾਲਾ ਸੀ। ਬਸ ਸ਼ਸਤਰ ਵਿੱਦਿਆ ਸਿੱਖਣ ਤੇ ਯੁੱਧ ਕਰਨ ਦੇ ਸਾਰੇ ਪੈਂਤੜੇ ਆਉਂਦੇ ਸਨ। ਸਾਰੇ ਬੱਚਿਆਂ ਨੂੰ ਦੋਹਾਂ ਟੋਲੀਆਂ ਵਿੱਚ ਵੰਡ ਲੈਂਦੇ ਤੇ ਫਿਰ ਫਰਜ਼ੀ ਲੜਾਈ ਲੜਦੇ ਦੇਖਦੇ। ਉਸ ਸਮੇਂ ਪਟਨੇ ਸ਼ਹਿਰ ਦਾ ਹਾਕਮ ਮੁਸਲਮਾਨ ਨਵਾਬ ਸੀ। ਉਹ ਨਵਾਬ ਜਦੋਂ ਆਪਣੇ ਮਹਿਲਾਂ ਵਿੱਚੋਂ ਬਾਹਰ ਆਉਂਦਾ ਤਾਂ ਉਹਦੇ ਨਾਲ ਬਹੁਤ ਸਾਰੇ ਅਹਿਲਕਾਰ ਤੇ ਨੌਕਰ ਚਾਕਰ ਹੁੰਦੇ। ਸਾਰੇ ਸ਼ਹਿਰ ਦੇ ਨਰ ਨਾਰੀ, ਬਾਲ ਬੁੱਢੇ ਉਸ ਨੂੰ ਝੁਕ ਝੁਕ ਕੇ ਸਲਾਮ ਕਰਦੇ ਸਨ। ਜਿਨ੍ਹਾਂ ਨੇ ਕੋਈ ਫਰਿਆਦ ਕਰਨੀ ਹੁੰਦੀ ਉਹ ਤਾਂ ਰਾਹ ਵਿੱਚ ਲੇਟ ਹੀ ਜਾਂਦੇ। ਇਹ ਰਿਵਾਜ ਤੁਰਿਆ ਆਉਂਦਾ ਸੀ ਕਿ ਜੇਕਰ ਕਿਸੇ ਨਾ ਕਿਸੇ ਕਾਰਨ ਕੋਈ ਨਵਾਬ ਨੂੰ ਸਲਾਮ ਨਾ ਕਰੇ ਤਾਂ ਉਸ ਦੀ ਜਵਾਬ ਤਲਬੀ ਹੁੰਦੀ ਸੀ। ਕਈਆਂ ਨੂੰ ਬਹੁਤ ਕਰੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਖਾਸ ਕਰਕੇ ਹਿੰਦੂਆਂ ਨੂੰ ਜ਼ਰੂਰ ਹੀ ਝੁਕ ਕੇ ਸਲਾਮ ਕਰਨਾ ਪੈਂਦਾ ਸੀ। ਮੁਸਲਮਾਨਾਂ ਨਾਲੋਂ ਹਿੰਦੂਆਂ ਉੱਤੇ ਸਖਤੀ ਜ਼ਿਆਦਾ ਸੀ। ਇੱਕ ਦਿਨ ਐਸਾ ਸਬਬ ਬਣਿਆ ਕਿ ਨਵਾਬ ਆ ਰਿਹਾ ਸੀ। ਉਹਦੇ ਆਉਣ ਤੋਂ ਪਹਿਲਾਂ ਸਤਿਗੁਰੂ ਜੀ ਆਪਣੇ ਹਾਣੀਆਂ ਤੇ ਆਪ ਤੋਂ ਵੱਡੇ ਬਾਲਕਾਂ ਨਾਲ ਖੇਡ ਰਹੇ ਸਨ। ਸਾਹਿਬਾਂ ਨੇ ਜਦੋਂ ਦੇਖਿਆ ਕਿ ਨਵਾਬ ਆ ਰਿਹਾ ਹੈ ਤਾਂ ਸਾਹਿਬਾਂ ਨੇ ਸਾਥੀ ਮੁੰਡਿਆਂ ਨੂੰ ਹੁਕਮ ਦਿੱਤਾ, ਕੋਈ ਨਵਾਬ ਨੂੰ ਸਲਾਮ ਨਾ ਕਰੇ, ਸਗੋਂ ਮਖੌਲ ਕੀਤਾ ਜਾਏ। ਅਸੀਂ ਕਿਸੇ ਦੇ ਅਧੀਨ ਨਹੀਂ, ਡਰਿਓ ਨਾ। ਨਵਾਬ ਨੇੜੇ ਆਇਆ। ਉਸਦੇ ਅਹਿਲਕਾਰ ਉਹਦੇ ਅੱਗੇ ਅੱਗੇ ਸਨ। ਉਹ ਸਾਰਿਆਂ ਨੂੰ ਦੱਸੀ ਜਾਂਦੇ ਸਨ, ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ, ਉੱਠ ਕੇ ਖਲੋ ਜਾਓ ਤੇ ਸਲਾਮ ਕਰੋ। ਅਹਿਲਕਾਰ ਦੀ ਜ਼ੁਬਾਨੋਂ ਇਹ ਸ਼ਬਦ ਸੁਣ ਕੇ ਮੁੰਡੇ ਇਕੱਠੇ ਹੋ ਕੇ ਖਲੋ ਗਏ। ਨਵਾਬ ਪੂਰੀ ਸ਼ਾਨ ਨਾਲ ਆ ਰਿਹਾ ਸੀ। ਜਦੋਂ ਬਰਾਬਰ ਤੇ ਆਇਆ ਤਾਂ ਹੋਰ ਸਾਰਿਆਂ ਨੇ ਸਲਾਮ ਕੀਤੀ, ਪਰ ਮੁੰਡਿਆਂ ਨੇ ਸਲਾਮ ਨਾ ਕੀਤੀ। ਉਹ ਅੱਗੋਂ ਹੱਸਣ ਲੱਗ ਪਏ। ਉਸ ਹਾਸੇ ਨੂੰ ਮਖੌਲ ਸਮਝਿਆ, ਪਰ ਸਤਿਗੁਰੂ ਜੀ ਦੇ ਚਿਹਰੇ ਦਾ ਐਸਾ ਪ੍ਰਭਾਵ ਪਿਆ ਕਿ ਨਵਾਬ ਤੇ ਨਵਾਬ ਦੇ ਅਹਿਲਕਾਰਾਂ ਨੂੰ ਹੌਸਲਾ ਨਾ ਪਿਆ ਕਿ ਉਹ ਕੁਝ ਕਹਿਣ। ਮਨ ਵਿੱਚ ਹੀ ਸੜਦੇ ਕੁੜਦੇ ਅੱਗੇ ਚਲੇ ਗਏ। ਉਸ ਸਮੇਂ ਹਿੰਦੂ ਮਾਪਿਆਂ ਦੇ ਮਨਾਂ ਉੱਤੇ ਮੁਗਲ ਰਾਜ ਦਾ ਬੜਾ ਰੋਹਬ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪੁੱਤਰਾਂ ਨੇ ਅੱਜ ਨਵਾਬ ਸਾਹਿਬ ਨੂੰ ਸਲਾਮ ਨਹੀਂ ਕੀਤਾ ਤੇ ਨਵਾਬ ਦੀ ਕਰੋਪੀ ਦਾ ਸ਼ਿਕਾਰ ਉਹਨਾਂ ਨੂੰ ਹੋਣਾ ਪਵੇਗਾ, ਤਾਂ ਉਹ ਘਬਰਾ ਗਏ। ਹਰ ਇੱਕ ਮਾਂ-ਬਾਪ ਨੇ ਆਪਣੇ ਪੁੱਤਰ ਨੂੰ ਝਿੜਕਿਆ। ਕਈਆਂ ਨੇ ਗੁੱਸੇ ਵਿੱਚ ਆ ਕੇ ਮਾਰਿਆ ਵੀ ਕਿ ਉਸਨੇ ਨਵਾਬ ਸਾਹਿਬ ਨੂੰ ਸਲਾਮ ਕਿਉਂ ਨਹੀਂ ਕੀਤਾ। ਪਰ ਮੁੰਡੇ ਅੱਗੋਂ ਉੱਤਰ ਦਿੰਦੇ ਰਹੇ, ਅਸਾਂ ਨੂੰ ਬਾਬਾ ਜੀ ਯਾਨੀ ਕਿ ਸੱਚੇ ਪਾਤਸ਼ਾਹ ਸ਼੍ਰੀ ਗੋਬਿੰਦ ਰਾਏ ਜੀ ਨੇ ਰੋਕਿਆ ਸੀ। ਉਹ ਆਖਦੇ ਹਨ, ਤੁਰਕ ਹਾਕਮ ਨੂੰ ਸਲਾਮ ਨਹੀਂ ਕਰਨਾ ਚਾਹੀਦਾ। ਸੱਚਾਈ ਦੀ ਫਤਿਹ ਹੋਈ। ਹੌਲੀ ਹੌਲੀ ਅਗਿਆਨੀ ਤੇ ਗੁਲਾਮ ਮਾਪਿਆਂ ਨੂੰ ਪਤਾ ਲੱਗ ਗਿਆ ਕਿ ਉਹ ਗਲਤੀ ਤੇ ਹਨ ਤੇ ਉਹਨਾਂ ਦੇ ਮੁੰਡੇ ਸੱਚਾਈ ਤੇ ਹਨ। ਸੱਚਮੁੱਚ ਹੀ ਤੁਰਕ ਹਾਕਮ ਨੂੰ ਸਲਾਮ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਜ਼ੁਲਮ ਕਰਦੇ ਹਨ। ਗੁਰੂ ਜੀ ਪਟਨੇ ਸਾਹਿਬ ਤੋਂ ਸੰਮਤ 1728 ਬਿਕਰਮੀ ਵਿੱਚ ਉੱਥੋਂ ਤੁਰੇ। ਸੰਗਤਾਂ ਦੇ ਪ੍ਰੇਮ ਕਰਕੇ ਤੁਰਦਿਆਂ ਤੁਰਦਿਆਂ ਦੇਰ ਹੋ ਗਈ। ਬਹੁਤ ਕਾਹਲ ਕਰਨ ਤੇ ਵੀ ਮੁਸ਼ਕਲ ਨਾਲ ਦਾਨਾਪੁਰ ਤੱਕ ਆਏ। ਰਾਤ ਸੇਰਾਈ ਦੇਖ ਕੇ ਫੈਸਲਾ ਕਰ ਲਿਆ ਕਿ ਪਹਿਲੀ ਮੰਜ਼ਿਲ ਦਾ ਪਹਿਲਾ ਪੜਾਅ ਦਾਨਾਪੁਰ ਹੀ ਕੀਤਾ ਜਾਏ। ਪਟਨੇ ਸ਼ਹਿਰ ਦੇ ਸੇਠ ਜਗਤ ਰਾਮ ਦੇ ਨੌਕਰ ਨਾਲ ਨਾਲ ਸਨ। ਉਹਨਾਂ ਨੇ ਬਾਜ਼ਾਰੋਂ ਰਾਸ਼ਨ ਖਰੀਦ ਕੇ ਗੁਰੂ ਦਾ ਲੰਗਰ ਤਿਆਰ ਕੀਤਾ। ਸਤਿਗੁਰੂ ਜੀ ਦੇ ਵਹੀਰ ਤੋਂ ਬਿਨਾਂ ਬਹੁਤ ਸਾਰੇ ਹੋਰ ਵੀ ਦਰਸ਼ਕ ਨਾਲ ਸਨ। ਇਸ ਕਰਕੇ ਗੁਰੂ ਦਾ ਲੰਗਰ ਤਿਆਰ ਕਰਕੇ ਅਰਦਾਸ ਕੀਤੀ ਗਈ
ਤੇ ਸਾਰੀ ਸੰਗਤ ਨੂੰ ਖੁੱਲ੍ਹਾ ਲੰਗਰ ਵਰਤਾਇਆ ਗਿਆ। ਉਸ ਨਗਰ ਵਿੱਚ ਇੱਕ ਬਿਰਧ ਮਾਈ ਸੀ। ਉਹ ਵਿਚਾਰੀ ਮਾਲੀ ਤੌਰ ਤੇ ਬੜੀ ਗਰੀਬਣੀ ਸੀ, ਪਰ ਦਿਲ ਦੀ ਅਮੀਰ ਸੀ। ਗੁਰੂ ਘਰ ਨਾਲ ਸ਼ਰਧਾ ਸੀ। ਉਸ ਦਾ ਚਿੱਤ ਕੀਤਾ ਕਿ ਉਹ ਸੰਗਤਾਂ ਦੀ ਸੇਵਾ ਕਰੇ। ਉਸਨੇ ਇੱਕ ਕੱਚੀ ਹਾਂਡੀ, ਜਿਸ ਨੂੰ ਕਿ ਤੌੜੀ ਕਹਿੰਦੇ ਹਨ, ਉਸ ਵਿੱਚ ਖਿਚੜੀ ਰਿੰਨ ਲਈ ਤੇ ਸਤਿਗੁਰੂ ਜੀ ਦੇ ਹਜ਼ੂਰ ਉਹ ਹਾਂਡੀ ਚੁੱਕ ਕੇ ਜਾ ਪੁੱਜੀ। ਹਜ਼ੂਰ ਦੇ ਦਰਬਾਰ ਵਿੱਚ ਪੁੱਜ ਕੇ ਉਸਨੇ ਬੇਨਤੀ ਕੀਤੀ, ਦਾਤਾ, ਮੇਰੇ ਪਾਸ ਇਹੋ ਕੁਝ ਹੈ। ਮੈਂ ਇਸ ਖਿਚੜੀ ਨਾਲ ਸੰਗਤਾਂ ਦੀ ਸੇਵਾ ਕਰਨੀ ਚਾਹੁੰਦੀ ਹਾਂ। ਮੇਰੇ ਚਿੱਤ ਦੀ ਅਭਿਲਾਸ਼ਾ ਹੈ, ਮੇਰੇ ਉੱਤੇ ਮਿਹਰ ਕਰੋ। ਮੇਰੇ ਜਨਮ ਮਰਨ ਦੇ ਸੰਕਟ ਕੱਟੋ। ਅੱਗੇ ਦਾ ਡਰ ਮੈਨੂੰ ਭੈ ਭੀਤ ਕਰ ਰਿਹਾ ਹੈ। ਮੇਰੇ ਚੰਗੇ ਭਾਗ ਹਨ ਜੋ ਆਪ ਇਸੇ ਰਾਹੇ ਆ ਪੁੱਜੇ। ਭਿਲਣੀ ਦੀ ਤਰ੍ਹਾਂ ਮੈਨੂੰ ਨਿਵਾਜਿਆ ਹੈ। ਹਾਂ, ਮੇਰੀ ਇੱਕ ਹੋਰ ਇੱਛਾ ਹੈ। ਉਹ ਇਹ ਹੈ ਕਿ ਮੈਂ ਆਪ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ। ਉਹ ਕਿਵੇਂ ਹੋਇਆ ਕਰਨਗੇ? ਮਾਈ ਦੀਆਂ ਸਾਰੀਆਂ ਬੇਨਤੀਆਂ ਸੁਣ ਕੇ ਜਗਤ ਦੇ ਮਾਲਕ ਨੇ ਇਉਂ ਫਰਮਾਇਆ, ਹੇ ਮਾਤਾ ਜੀ, ਤੇਰੀ ਘਾਲ ਥਾਂ ਪਈ। ਇਹ ਖਿਚੜੀ ਸੰਗਤ ਵਿੱਚ ਵਰਤਾ ਦੇ, ਤੇਰਾ ਜਨਮ ਮਰਨ ਕੱਟਿਆ ਜਾਵੇਗਾ। ਜੇਕਰ ਅਸਾਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਤਾਂ ਇਸੇ ਹਾਂਡੀ ਵਿੱਚ ਵਿੱਤ ਅਨੁਸਾਰ ਖਿਚੜੀ ਰਿੰਨ ਕੇ ਸੰਗਤ ਨੂੰ ਵਰਤਾ ਦਿਆ ਕਰ। ਬਸ ਅਸਾਂ ਦੇ ਦਰਸ਼ਨ ਹੋ ਜਾਇਆ ਕਰਨਗੇ। ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰ। ਸੇਵਾਦਾਰਾਂ ਨੇ ਅਰਦਾਸ ਕਰਕੇ ਹਾਂਡੀ ਵਿੱਚੋਂ ਖਿਚੜੀ ਵਰਤਾ ਦਿੱਤੀ। ਹਾਂਡੀ ਨੂੰ ਸਤਿਗੁਰੂ ਜੀ ਦੀ ਅਮਾਨਤ ਸਮਝ ਕੇ ਮਾਈ ਘਰ ਨੂੰ ਚੁੱਕ ਕੇ ਲੈ ਗਈ। ਉਸਨੇ ਘਰ ਪੁੱਜਦਿਆਂ ਹੀ ਆਪਣੇ ਘਰ ਨੂੰ ਧਰਮਸ਼ਾਲਾ ਬਣਾ ਦਿੱਤਾ। ਸਾਧ ਸੰਗਤ ਦੀ ਸੇਵਾ ਕਰਨ ਲੱਗੀ ਤੇ ਆਏ ਗਏ ਸਾਧੂ ਤੇ ਲੋੜਵੰਦ ਬੰਦੇ ਦੀ ਸੇਵਾ ਕਰਨ ਲੱਗੀ। ਹਾਂਡੀ ਵਿੱਚ ਖਿਚੜੀ ਰਿੰਨ ਕੇ ਜਦੋਂ ਅਰਦਾਸ ਕਰਦੀ ਤਾਂ ਉਸ ਨੂੰ ਸੱਚਮੁੱਚ ਹੀ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ। ਨਗਰ ਵਾਸੀ ਮਾਤਾ ਜੀ ਦੀ ਸਹਾਇਤਾ ਕਰਨ ਲੱਗੇ। ਉਹਨਾਂ ਦੀ ਸਹਾਇਤਾ ਤੇ ਅਕਾਲ ਪੁਰਖ ਦੀ ਮਿਹਰ ਨਾਲ ਮਾਤਾ ਦਾ ਘਰ ਇੱਕ ਸਾਧੂ ਸਮਾਜ ਦਾ ਅੱਡਾ ਬਣ ਗਿਆ। ਸਾਰੇ ਉਸ ਨੂੰ ਹਾਂਡੀ ਵਾਲੀ ਸੰਗਤ ਆਖ ਕੇ ਯਾਦ ਕਰਨ ਲੱਗੇ। ਉਹ ਨਗਰ ਤੇ ਮਾਤਾ ਦਾ ਘਰ ਪਵਿੱਤਰ ਹੋ ਗਿਆ। ਭਾਗਾਂ ਵਾਲਾ ਸਥਾਨ ਅੱਜ ਤੱਕ ਪੂਜਿਆ ਜਾਂਦਾ ਹੈ ਤੇ ਹੁਣ ਇੱਕ ਬਹੁਤ ਵੱਡਾ ਗੁਰਧਾਮ ਹੈ। ਜੋ ਸਤਿਗੁਰੂ ਜੀ ਦੀ ਸੇਵਾ ਕਰਦੇ ਹਨ ਉਹ ਆਪ ਤਾਂ ਤਰ ਜਾਂਦੇ ਹਨ ਤੇ ਪਿਛਲਿਆਂ ਨੂੰ ਵੀ ਤਾਰ ਜਾਂਦੇ ਹਨ। ਸਾਧ ਸੰਗਤ ਜੀ, ਅੱਜ ਵੀ ਸੰਗਤਾਂ ਜਦੋਂ ਪਟਨਾ ਸ਼ਹਿਰ ਵਿੱਚ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਹਨ ਤਾਂ ਗੰਗਾ ਕਿਨਾਰੇ ਸੁਸ਼ੋਭਿਤ ਗੁਰਦੁਆਰਾ ਹਾਂਡੀ ਸਾਹਿਬ ਜ਼ਰੂਰ ਦਰਸ਼ਨ ਕਰਕੇ ਆਉਂਦੀਆਂ ਹਨ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।